जमात सतवीं विशा पंजाबी। प्यारे बच्चों, सत श्री अकाल। सतवीं जमात के बच्चों का मेरे वालों यानी कि चरणजीत सिंह पंजाबी मास्टर सरकारी सीनियर सैकेंडरी स्कूल संघा जिला मानसा वालों स्वागत किया जाता है। प्यारे बच्चों, अज असी करांगे सरदार गुरबख्श सिंह प्रीतलड़ी का लिखा होया लेख मेरे दादी जी। मेरे दादी जी। प्यारे बच्चों, इस पाठ के लेखक हैं सरदार गुरबख्श सिंह प्रीतलड़ी जी। प्यारे बच्चों, सरदार गुरबख्श सिंह प्रीतलड़ी जी ने इस लेख दे विच अपनी दादी जी बाबत लिखा है। उन्हां दी सरीरक बनतर, उन्हां दे रहन सहन बारे, उन्हां दे व्यवहार बारे उन्होंने गल की है। हरेक बच्चे नूं अपनी दादी जी बहुत प्यारे हुंदे ने। तुहानूं भी अपने दादी जी बहुत चंगे लगते होणगे। कहते हैं मूल नालों व्याज प्यारा। तां दादी नूं अपने पोते पोतियां बड़े प्यारे लगते ने। वो उन्हां नाल अपना बचपन गुजारते ने। तां आओ पहलां आपां इस पाठ दे विच देखते हैं कि गुरबख्श सिंह प्रीतलड़ी जी ने अपनी दादी जी दे बाबत की कुछ लिखा है। सब तो पहलां आपां पाठ पढ़ते हाँ मेरे दादी जी। मेरे दादी जी बुढ़े हैं, बहुत बुढ़े, 90 तो 3 उत्ते, 93 वरे दे। ये छोटे हैं, बहुत छोटे, मसां 4 ते अद्धा फुट। ये खुश हैं, बड़े खुश, जिकर सुनहरी किरना चुम्या कंवल। ये कोमल हैं, बड़े कोमल, उस निक्की नदी वांग जिहड़ी महक दे बाग दे खिड़दे बूटिਆਂ ਨੂੰ ਛੂੰਹਦੀ ਵਗਦੀ ਹੈ। ਇਹ ਇੱਕ ਪੁਰਾਤਨ ਸਿੱਖ ਦਾ ਨਮੂਨਾ ਹਨ। ਇਹਨਾਂ ਦੇ ਦੁਆਲੇ ਸੈਂਕੜੇ ਨਵੇਂ ਖਿਆਲ ਉੱਠਦੇ ਤੇ ਇਹਨਾਂ ਨੂੰ ਛੂਹੇ ਬਿਨਾਂ ਮੁੱਕ ਜਾਂਦੇ ਹਨ। ਬੱਦਲ ਕਾਲੇ ਹੋਣ ਜਾਂ ਧੁੱਪਾਂ ਲਿਸ਼ਕਦੀਆਂ ਹੋਣ, ਮੀਂਹ ਵਰਦੇ ਜਾਂ ਧਰਤੀ ਤਪਦੀ ਹੋਵੇ, ਇਹ ਪਥਰੀਲੀ ਪਹਾੜੀ ਦੀ ਸਿਖਰ ਉੱਤੇ ਸੰਗਮਰਮਰ ਦੇ ਮੰਦਰ ਵਾਂਗ ਉਹਨਾਂ ਤਬਦੀਲੀਆਂ ਉੱਤੇ ਮੁਸਕਰਾਉਂਦੇ ਹਨ ਜਿਹੜੀਆਂ ਇਹਨਾਂ ਨੂੰ ਤਬਦੀਲ ਨਹੀਂ ਕਰਦੀਆਂ। ਇਹ ਜਾਗਦੇ ਹਨ, ਇਹ ਸੌਂਦੇ ਹਨ, ਇਹ ਖਾਂਦੇ ਹਨ, ਇਹ ਵਰਤ ਰੱਖਦੇ ਹਨ, ਸਭ ਨੂੰ ਧਰਮ ਸਮਝ ਕੇ। ਕੰਮ ਕਰਦੇ ਹਨ ਧਰਮ ਸਮਝ ਕੇ, ਆਰਾਮ ਕਰਦੇ ਹਨ ਧਰਮ ਸਮਝ ਕੇ। ਇਹਨਾਂ ਲਈ ਧਰਮ ਕੋਈ ਸਿਧਾਂਤ ਨਹੀਂ, ਕੋਈ ਅਕੀਦਾ ਨਹੀਂ, ਸਮੁੱਚਾ ਜੀਵਨ ਹੈ। ਇਹਨਾਂ ਦੇ ਸੁਭਾਅ ਵਿੱਚ ਧਰਮ ਦੇ ਮਿੱਠੇ ਮਿੱਠੇ ਭਰਮਾਂ ਦੀ ਪਵਿੱਤਰ ਹੈ। ਕਦੇ ਕੋਈ ਮਹਿਮਾਨ ਘਰੋਂ ਅਸੰਤੁਸ਼ਟ ਚਲਾ ਜਾਏ ਜਾਂ ਕਿਸੇ ਫਕੀਰ ਦਾ ਨਿਰਾਦਰ ਹੋ ਜਾਏ ਤਾਂ ਇਹਨਾਂ ਨੂੰ ਚੰਗਾ ਨਹੀਂ ਲੱਗਦਾ। ਇਹ ਹਰ ਪੂਰਨ ਚੰਨ ਸਮੇਂ ਵਰਤ ਰੱਖਦੇ ਹਨ, ਚੰਗੇ ਸ਼ਗਨਾਂ ਵਿੱਚ ਵਿਸ਼ਵਾਸ ਰੱਖਦੇ ਹਨ, ਘਰੋਂ ਜਾਂਦੇ ਕਿਸੇ ਨੂੰ ਨਾਰਾਜ਼ ਨਹੀਂ ਹੋਣ ਦਿੰਦੇ, ਮਿੱਠ ਮੁਸਕਰਾਉਂਦੇ, ਗੁੱਸੇ ਤੋਂ ਬਿਲਕੁਲ ਖਾਲੀ ਹਨ। ਇਹਨਾਂ ਦੇ ਪ੍ਰਾਰਥਨਾ ਕਮਰੇ ਵਿੱਚ ਇੱਕ ਸਾਦੀ ਦਰੀ ਵਿਛੀ ਹੈ, ਵਿਚਕਾਰ ਇੱਕ ਰੰਗਲਾ ਪੀੜਾ ਡੱਠਾ ਹੈ, ਉਹਦੇ ਉੱਤੇ ਪੂਜਿਆ ਗ੍ਰੰਥ ਸਾਹਿਬ ਵਿਰਾਜਮਾਨ ਹਨ। ਇਸ ਮੁਤਬਰਕ ਕਮਰੇ ਵਿੱਚ ਫਰਸ਼ ਤੇ ਚਾਂਦੀ ਦੀ ਧੂਫਦਾਨ ਵਿੱਚ ਧੂਫ ਧੁਖਦਾ ਹੈ। ਇਹ ਇੰਨੇ ਗੀਤ ਗਾ ਸਕਦੇ ਹਨ, ਇੰਨੀਆਂ ਕਹਾਣੀਆਂ ਸੁਣਾ ਸਕਦੇ ਹਨ ਕਿ ਅਸੀਂ ਜਦੋਂ ਬੱਚੇ ਸਾਂ ਕਿੰਨੀ ਕਿੰਨੀ ਰਾਤ ਜਿਵੇਂ ਕਿਸੇ ਜਾਦੂ ਨਾਲ ਮੂੰਹ ਅੱਖਾਂ ਖੋਲ੍ਹੀ ਹੰਗਾਰੇ ਦਿੰਦੇ ਤੇ ਅੱਗੋਂ ਕੀ ਹੋਇਆ ਪੁੱਛਦੇ ਰਹਿੰਦੇ ਸਾਂ। ਕਹਾਣੀਆਂ ਹਰ ਕਿਸਮ ਦੀਆਂ, ਪਰੀਆਂ ਦੀਆਂ, ਬਹਾਦਰਾਂ ਦੀਆਂ, ਸਭ ਤੋਂ ਸੋਹਣੀ ਉਸ ਮੋਹਣੀ ਸ਼ਹਿਜ਼ਾਦੀ ਦੀ ਕਹਾਣੀ ਜਿਹਦੇ ਮੂੰਹੋਂ ਫੁੱਲ ਕਿਰਦੇ ਸਨ
ਜਦੋਂ ਉਹ ਹੱਸਦੀ ਸੀ ਤੇ ਮੂੰਹ ਤੋਂ ਡਿੱਗਿਆ ਹਰ ਫੁੱਲ ਬੂਟਾ ਬਣ ਜਾਂਦਾ ਸੀ ਤੇ ਥੋੜ੍ਹੇ ਚਿਰ ਵਿੱਚ ਹੀ ਉਹਦਾ ਸਾਰਾ ਰਾਜ ਸੋਹਣੇ ਬਾਗਾਂ ਨਾਲ ਭਰਿਆ ਗਿਆ ਸੀ। ਇਹ ਕੁਦਰਤ ਦਾ ਬੜਾ ਸਤਿਕਾਰ ਕਰਦੇ ਹਨ। ਸਤਿਕਾਰ ਹੀ ਨਹੀਂ, ਬੜਾ ਪਿਆਰ ਕਰਦੇ ਹਨ। ਜਦੋਂ ਬਿਜਾਈ ਦੀ ਰੁੱਤ ਆਉਂਦੀ ਹੈ ਤੇ ਕਿਸਾਨ ਆਪਣੇ ਹਲਾਂ ਨਾਲ ਧਰਤੀ ਮਾਤਾ ਦੀਆਂ ਵੱਖੀਆਂ ਕੁਤਕੁਤਾਉਂਦੇ ਤੇ ਸੁਨਹਿਰੀ ਬੀਜ ਪੋਲੀਆਂ ਤਹਿਆਂ ਵਿੱਚ ਲੁਕਾਉਂਦੇ ਹਨ ਤੇ ਆਸ ਰੱਖਦੇ ਹਨ ਕਿ ਧਰਤੀ ਮਾਤਾ ਲਹਿਰਾਉਂਦੀ ਫਸਲ ਵਿੱਚ ਹੱਸੇਗੀ। ਉਦੋਂ ਮੇਰੇ ਦਾਦੀ ਜੀ ਆਪਣੇ ਕਮਰੇ ਦੇ ਇੱਕ ਆਲੇ ਵਿੱਚ 94 ਦਾਣੇ ਕਣਕ ਦੇ ਬੀਜਦੇ ਹਨ। ਇਹਨੂੰ ਪਾਣੀ ਦਿੰਦੇ ਨਾਲ ਕੂਲੀਆਂ ਹਰੀਆਂ ਚੁੰਝਾਂ ਨੂੰ ਉੱਚਾ ਹੁੰਦੇ ਵੇਖਦੇ ਹਨ। ਹਰੀ ਖੇਤਰੀ ਦੇ ਸਾਹਮਣੇ ਇਹ ਰੋਜ਼ਾਨਾ ਜੋਤ ਜਗਾਉਂਦੇ ਹਨ, ਮੱਥਾ ਟੇਕਦੇ ਤੇ ਪ੍ਰਾਰਥਨਾ ਕਰਦੇ ਹਨ। ਕੁਝ ਦਿਨਾਂ ਬਾਅਦ ਬੜੇ ਆਦਰ ਨਾਲ ਇੱਕ ਇੱਕ ਡਾਲ ਨੂੰ ਪੁੱਟਦੇ ਤੇ ਉਹਨਾਂ ਨਾਲ ਗੱਲਾਂ ਕਰਦੇ ਹਨ। ਫਿਰ ਸੁੱਖਾਂ ਮੰਗਦੇ ਇਹ ਖੇਤਰੀ ਨੂੰ ਪਾਣੀ ਵਿੱਚ ਪ੍ਰਵਾਹ ਕਰ ਦਿੰਦੇ ਹਨ। ਘਰ ਮੁੜ ਕੇ ਇਹ ਗਵਾਂਢੀ ਘਰਾਂ ਦੀਆਂ ਕੰਜਕਾਂ ਨੂੰ ਬੁਲਾਉਂਦੇ ਹਨ, ਉਹਨਾਂ ਦੇ ਪੈਰ ਧੋਂਦੇ ਹਨ, ਉਹਨਾਂ ਅੱਗੇ ਸਿਰ ਝੁਕਾਉਂਦੇ ਹਨ ਤੇ ਉਹਨਾਂ ਨੂੰ ਪਿਆਰ ਨਾਲ ਪਕਾਈਆਂ ਚੀਜ਼ਾਂ ਖਵਾਉਂਦੇ ਹਨ। 85 ਵਰ੍ਹੇ ਦੀ ਉਮਰ ਤੱਕ ਕੰਜਕਾਂ ਦਾ ਖਾਣਾ ਇਹ ਆਪਣੇ ਹੱਥੀਂ ਤਿਆਰ ਕਰਦੇ ਰਹੇ ਹਨ। ਹਰ ਰੋਜ਼ ਚੜ੍ਹਦੇ ਸੂਰਜ ਨੂੰ ਇਹ ਮੱਥਾ ਟੇਕਦੇ ਹਨ ਤੇ ਹਰ ਸ਼ਾਮ ਨੀਲੇ ਆਕਾਸ਼ ਨੂੰ। ਰਾਤੀਂ ਕਦੇ ਚੰਨ ਨੂੰ, ਕਦੇ ਧਰੂ ਤਾਰੇ ਨੂੰ ਹੱਥ ਜੋੜਦੇ ਹਨ। ਕਹਿੰਦੇ ਹਨ ਇਹ ਧਰੂ ਸੱਤ ਵਾਂਗ ਅਟੱਲ ਖੜੋਤਾ ਹੈ। ਨਵਾਂ ਚੰਨ ਇਹਨਾਂ ਦਾ ਪਿਆਰਾ ਹੈ। ਜਦੋਂ ਇਹ ਚੜ੍ਹਨਾ ਹੁੰਦਾ ਹੈ ਇਹ ਧੁਰ ਕੋਠੇ ਤੇ ਚੜ੍ਹ ਜਾਂਦੇ ਹਨ ਤੇ ਆਪਣੀਆਂ ਨਿਰਬਲ ਅੱਖਾਂ ਨਾਲ ਘਸਮੈਲੇ ਬੱਦਲਾਂ ਦੀਆਂ ਚਿੱਟੀਆਂ ਕੰਨੀਆਂ 'ਚੋਂ ਚਾਂਦੀ ਕਮਾਨ ਦੀ ਧਾਰ ਢੂੰਡਦੇ ਹਨ, ਜਿਸ ਕਮਾਨ ਨੂੰ ਇਹ ਖਿਆਲ ਕਰਦੇ ਹਨ ਕਿ ਬੱਦਲ ਆਪਣੀਆਂ ਕਾਲੀਆਂ ਝੋਲੀਆਂ ਵਿੱਚ ਲੁਕਾ ਸਾਂਭਦੇ ਹਨ। ਕਿਸੇ ਕੋਠੇ ਤੋਂ ਆਵਾਜ਼ ਆਉਂਦੀ ਹੈ, ਓ ਉਹਨਾਂ ਬੱਦਲਾਂ ਦੇ ਉੱਤੇ। ਮੇਰੀ ਦਾਦੀ ਜੀ ਕਾਹਲੇ ਪੈ ਜਾਂਦੇ ਹਨ ਤੇ ਕੰਬਦੀ ਆਵਾਜ਼ ਵਿੱਚ ਸਾਰੇ ਬੱਚਿਆਂ ਨੂੰ ਆਵਾਜ਼ਾਂ ਮਾਰਦੇ ਹਨ। ਅਸੀਂ ਉਹਨਾਂ ਦੇ ਪਿੱਛੇ ਖੜੋ ਜਾਂਦੇ ਹਾਂ। ਅਸੀਂ ਉਹਨਾਂ ਦੀਆਂ ਬਾਹਾਂ ਫੜ ਕੇ ਸੇਧਾਂ ਬੰਨ੍ਹਦੇ ਹਾਂ। ਅਸੀਂ ਸਾਰੇ ਕਹਿੰਦੇ ਹਾਂ, ਓ ਬੇਬੇ ਜੀ ਓ। ਉਹ ਹਰ ਪਾਸੇ ਅੱਖਾਂ ਫੇਰਦੇ ਹਨ, ਪਰ ਉਹਨਾਂ ਦੇ ਮਨ ਦਾ ਪਿਆਰਾ ਉਹਨਾਂ ਨੂੰ ਦਿਸਦਾ ਨਹੀਂ। ਉਹ ਕਹਿੰਦੇ ਹਨ, ਕਿੱਥੇ ਮੇਰੇ ਜਿਉਣ ਜੋਗਿਓ ਮੈਨੂੰ ਨਹੀਂ ਲੱਭਦਾ। ਮੇਰੀਆਂ ਅੱਖਾਂ ਤਾਂ ਬੁੱਢੀਆਂ ਹੋ ਗਈਆਂ ਨੇ। ਕੀ ਹੁਣ ਮੈਨੂੰ ਚੰਨ ਨਹੀਂ ਲੱਭਿਆ ਕਰੂਗਾ? ਅਖੀਰ ਬੱਦਲਾਂ ਦੇ ਉੱਪਰ ਜਦੋਂ ਚੰਨ ਮੁਖੜਾ ਸਾਫ਼ ਲਿਸ਼ਕ ਪੈਂਦਾ ਹੈ, ਉਹਨਾਂ ਨੂੰ ਵੀ ਝੌਲਾ ਪੈ ਜਾਂਦਾ ਹੈ ਤੇ ਬਾਲਾਂ ਵਰਗੀ ਖੁਸ਼ੀ ਨਾਲ ਉਹ ਕੰਬਣ ਲੱਗ ਪੈਂਦੇ ਤੇ ਗਾਉਂਦੇ ਹਨ, ਪਾਣੀ ਦਾ ਛਿੱਟਾ ਸੁੱਟ ਦੇ, ਬਾਲ ਚੰਨ ਦਾ ਮੂੰਹ ਧੋਣ ਲਈ, ਮਠਿਆਈ ਦੇ ਭੋਰੇ ਨੂੰ ਸੁੱਟ ਦੇ, ਨਵ ਜੰਮੇ ਨੂੰ ਖਵਾਉਣ ਲਈ। ਫਿਰ ਉਹ ਮੂੰਹ ਵਿੱਚ ਪ੍ਰਾਰਥਨਾ ਕਰਦੇ ਤੇ ਇੱਕ ਇੱਕ ਦਾ ਮੂੰਹ ਚੁੰਮਦੇ ਤੇ ਅਸੀਸ ਦਿੰਦੇ ਹਨ, ਵੱਡੀ ਉਮਰ ਹੋਵੇ, ਜਵਾਨੀਆਂ ਮਾਣੋ। ਉੱਤੋਂ ਉੱਤਰ ਖੁਸ਼ੀ ਨਾਲ ਕੰਬਦੇ ਉਹ ਕਮਰਿਓਂ ਕਮਰੇ ਜਾਂਦੇ ਤੇ ਜਿਹੜਾ ਲੱਭੇ ਉਹਨੂੰ ਅਸੀਸ ਦਿੰਦੇ ਹਨ। ਇਹ ਖੂਬਸੂਰਤ ਦਾਦੀ ਮਾਤਾ 100 ਵਰ੍ਹੇ ਦੀ ਉਮਰ ਭੋਗ ਕੇ ਪੂਰੀ ਹੋ ਗਈ। ਪੂਰੇ ਹੋਣ ਤੋਂ ਅਖੀਰਲਾ 1 ਮਹੀਨਾ ਇਹ ਮੰਜੇ ਤੇ ਪਏ ਰਹੇ, ਪਰ ਉਹਨਾਂ ਆਪਣੀ ਪੀੜ ਦਾ ਭਾਰ ਕਿਸੇ ਤੇ ਨਹੀਂ ਪਾਇਆ। ਜਦ ਕਿਸੇ ਹਾਲ ਪੁੱਛਿਆ, ਇਹਨਾਂ ਹੱਸ ਕੇ ਚੰਗਾ ਹੀ ਆਖਿਆ। ਇਹਨਾਂ ਦੀ ਫੂੜੀ ਉੱਤੇ ਕਈਆਂ ਨੇ ਇਹਨਾਂ ਦੀਆਂ ਉਹ ਗੱਲਾਂ ਦੱਸੀਆਂ ਜਿਹੜੀਆਂ ਉਹਨਾਂ ਆਪਣੇ ਘਰਦਿਆਂ ਨਾਲ ਨਹੀਂ ਸਨ ਕੀਤੀਆਂ। ਹਰ ਕਿਸੇ ਦਾ ਖਿਆਲ ਸੀ ਬੇਬੇ ਦੇ ਭੇਤ ਬੇਬੇ ਨੇ ਆਪਣੇ ਜ਼ਿਹਨ ਵਿੱਚ ਸਾਂਭੇ ਹੋਏ ਹਨ, ਪਰ ਫੂੜੀ ਉੱਤੇ ਜਦੋਂ 13 ਦਿਨ ਹਰ ਕਿਸੇ ਨੇ ਆਪਣੀਆਂ ਯਾਦਾਂ ਨੰਗੀਆਂ ਕਰ ਵਿਖਾਈਆਂ ਤਾਂ ਮੈਨੂੰ ਜਾਪਿਆ ਉਹ ਦਾਦੀ ਮੇਰੀ ਹੀ ਨਹੀਂ, ਸਗੋਂ ਇਨਸਾਨੀ ਦਿਲਾਂ ਦਾ ਬੈਂਕ ਸੀ। ਪਿਆਰੇ ਬੱਚਿਓ, ਅਸੀਂ ਪੜ੍ਹਿਆ ਹੈ ਪਾਠ ਮੇਰੇ ਦਾਦੀ ਜੀ। ਮੈਨੂੰ ਆਸ ਹੈ ਕਿ ਤੁਸੀਂ
ਇਸ ਪਾਠ ਨੂੰ ਬਹੁਤ ਚੰਗੀ ਤਰ੍ਹਾਂ ਸੁਣਿਆ ਹੋਵੇਗਾ, ਪੜ੍ਹਿਆ ਹੋਵੇਗਾ। ਆਓ ਹੁਣ ਆਪਾਂ ਕਰਦੇ ਹਾਂ ਇਸ ਪਾਠ ਦੇ ਪ੍ਰਸ਼ਨ ਉੱਤਰ, ਜੋ ਤੁਹਾਡੀ ਪਾਠ ਪੁਸਤਕ ਦੇ ਅਭਿਆਸ ਦੇ ਪ੍ਰਸ਼ਨ ਦਿੱਤੇ ਹੋਏ ਹਨ। ਆਪਾਂ ਉਹਨਾਂ ਦੇ ਉੱਤਰ ਦਿੰਦੇ ਹਾਂ। ਤੁਸੀਂ ਖੁਦ ਵੀ ਕੋਸ਼ਿਸ਼ ਕਰਨੀ ਹੈ ਕਿ ਪਾਠ ਪੁਸਤਕ ਦੇ ਵਿੱਚੋਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੱਭਣੇ ਹਨ। ਆਓ ਆਪਾਂ ਪਹਿਲਾਂ ਕਰਦੇ ਹਾਂ ਇਸ ਪਾਠ ਦੇ ਪ੍ਰਸ਼ਨ ਉੱਤਰ। ਤਾਂ ਪਿਆਰੇ ਬੱਚਿਓ, ਆਓ ਕਰਦੇ ਹਾਂ ਅਸੀਂ ਸਭ ਤੋਂ ਪਹਿਲਾ ਪ੍ਰਸ਼ਨ। ਹਾਂਜੀ, ਪਹਿਲਾ ਪ੍ਰਸ਼ਨ ਹੈ ਸਾਡੇ ਕੋਲੇ, ਸਰੀਰਕ ਪੱਖੋਂ ਦਾਦੀ ਜੀ ਕਿਸ ਤਰ੍ਹਾਂ ਦੇ ਸਨ? ਸ਼ਾਬਾਸ਼, ਆਪਾਂ ਪਾਠ ਕੀਤਾ ਸੀ ਹੁਣੇ। ਹਾਂਜੀ, ਸਰੀਰਕ ਪੱਖੋਂ ਦਾਦੀ ਜੀ ਕਿਸ ਤਰ੍ਹਾਂ ਦੇ ਸਨ? ਤਾਂ ਪਿਆਰੇ ਬੱਚਿਓ, ਦਾ ਉੱਤਰ ਹੈ ਸਰੀਰਕ ਪੱਖੋਂ ਦਾਦੀ ਜੀ ਬਹੁਤ ਬੁੱਢੇ, ਛੋਟੇ, ਮਸਾਂ 4 ਤੇ ਅੱਧਾ ਫੁੱਟ ਦੇ ਸਨ। ਹਾਂਜੀ, ਹੁਣ ਅਸੀਂ ਕਰਦੇ ਹਾਂ ਦੂਸਰਾ ਪ੍ਰਸ਼ਨ। ਦੂਸਰਾ ਪ੍ਰਸ਼ਨ ਹੈ ਸਾਡਾ, ਦਾਦੀ ਜੀ ਨੂੰ ਕਿਹੜੀ ਗੱਲ ਚੰਗੀ ਨਹੀਂ ਲੱਗਦੀ? ਆ ਗਿਆ ਯਾਦ? ਸ਼ਾਬਾਸ਼, ਹਾਂ, ਦਾਦੀ ਜੀ ਨੂੰ ਕਿਹੜੀ ਗੱਲ ਚੰਗੀ ਨਹੀਂ ਲੱਗਦੀ? ਇਹਦਾ ਉੱਤਰ ਹੈ ਕਿਸੇ ਮਹਿਮਾਨ ਦਾ ਘਰੋਂ ਅਸੰਤੁਸ਼ਟ ਚਲੇ ਜਾਣਾ ਜਾਂ ਕਿਸੇ ਫਕੀਰ ਦਾ ਨਿਰਾਦਰ ਹੋਣਾ ਦਾਦੀ ਜੀ ਨੂੰ ਚੰਗਾ ਨਹੀਂ ਲੱਗਦਾ ਸੀ। ਤੀਸਰਾ ਪ੍ਰਸ਼ਨ ਹੈ ਪਿਆਰੇ ਬੱਚਿਓ ਸਾਡੇ ਕੋਲੇ, ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿੱਚ ਕਿਹੜਾ ਸਮਾਨ ਪਿਆ ਸੀ? ਥੋੜਾ ਵੱਡਾ ਹੈ। ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿੱਚ ਕਿਹੜਾ ਸਮਾਨ ਪਿਆ ਸੀ? ਤਾਂ ਉੱਤਰ ਹੈ ਇਹਦਾ, ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿੱਚ ਇੱਕ ਸਾਦੀ ਦਰੀ ਵਿਛੀ ਹੋਈ ਸੀ, ਵਿਚਕਾਰ ਰੰਗੀਲਾ ਪੀੜਾ ਤੇ ਇਸ ਉੱਤੇ ਪੂਜਿਆ ਗ੍ਰੰਥ ਸਾਹਿਬ ਬਿਰਾਜਮਾਨ ਸਨ। ਕਮਰੇ ਵਿੱਚ ਚਾਂਦੀ ਦੇ ਧੂਫਦਾਨ ਵਿੱਚ ਧੂਫ ਧੁਖਦਾ ਸੀ। ਅਗਲਾ ਪ੍ਰਸ਼ਨ ਹੈ ਪਿਆਰੇ ਬੱਚਿਓ ਸਾਡੇ ਕੋਲੇ, ਮੋਹਣੀ ਸ਼ਹਿਜ਼ਾਦੀ ਦੀ ਕਹਾਣੀ ਵਿੱਚ ਮੋਹਣੀ ਸ਼ਹਿਜ਼ਾਦੀ ਕਿਹੋ ਜਿਹੀ ਸੀ? ਹਾਂ, ਮੋਹਣੀ ਸ਼ਹਿਜ਼ਾਦੀ ਦੀ ਕਹਾਣੀ ਸੁਣਾਉਂਦੇ ਨਾ ਦਾਦੀ ਮਾਂ, ਤਾਂ ਮੋਹਣੀ ਸ਼ਹਿਜ਼ਾਦੀ ਕਿਹੋ ਜਿਹੀ ਸੀ? ਤਾਂ ਸਾਡੇ ਕੋਲੇ ਉੱਤਰ ਹੈ, ਕਹਾਣੀ ਵਿੱਚ ਮੋਹਣੀ ਸ਼ਹਿਜ਼ਾਦੀ ਬਹੁਤ ਸੋਹਣੀ ਸੀ। ਉਸ ਦੇ ਮੂੰਹੋਂ ਫੁੱਲ ਕਿਰਦੇ ਸਨ। ਉਸ ਦੇ ਹੱਸਣ ਤੇ ਮੂੰਹੋਂ ਕਿਰੇ ਫੁੱਲ ਬੂਟੇ ਬਣ ਜਾਂਦੇ ਸਨ। ਅਗਲਾ ਪ੍ਰਸ਼ਨ ਹੈ, ਖੇਤਰੀ ਜਲ ਪ੍ਰਵਾਹ ਕਰਨ ਤੋਂ ਬਾਅਦ ਦਾਦੀ ਜੀ ਕੰਜਕਾਂ ਲਈ ਕੀ ਕਰਦੇ ਸਨ? ਤਾਂ ਉੱਤਰ ਹੈ ਸਾਡੇ ਕੋਲੇ, ਦਾਦੀ ਜੀ ਕੰਜਕਾਂ ਦੇ ਪੈਰ ਧੋਂਦੇ, ਉਹਨਾਂ ਅੱਗੇ ਸਿਰ ਝੁਕਾਉਂਦੇ ਤੇ ਉਹਨਾਂ ਨੂੰ ਪਿਆਰ ਨਾਲ ਪਕਾਈਆਂ ਚੀਜ਼ਾਂ ਖਵਾਉਂਦੇ ਸਨ, ਜਿਹਨੂੰ ਆਪਾਂ ਕੰਜਕਾਂ ਖਵਾਉਣਾ ਵੀ ਕਹਿ ਦਿੰਦੇ ਆ। ਅਗਲਾ ਪ੍ਰਸ਼ਨ ਹੈ ਸਾਡੇ ਕੋਲੇ, ਹਰ ਰੋਜ਼ ਸਵੇਰੇ, ਸ਼ਾਮ ਅਤੇ ਰਾਤ ਵੇਲੇ ਦਾਦੀ ਜੀ ਕੀ ਕਰਦੇ ਸਨ? ਤਾਂ ਉੱਤਰ ਹੈ, ਦਾਦੀ ਜੀ ਹਰ ਰੋਜ਼ ਚੜ੍ਹਦੇ ਸੂਰਜ ਨੂੰ ਮੱਥਾ ਟੇਕਦੇ, ਹਰ ਸ਼ਾਮ ਨੀਲੇ ਆਕਾਸ਼ ਨੂੰ ਅਤੇ ਰਾਤ ਨੂੰ ਕਦੇ ਚੰਨ ਨੂੰ ਕਦੇ ਧਰੂ ਤਾਰੇ ਨੂੰ ਹੱਥ ਜੋੜਦੇ ਸਨ। ਅਗਲਾ ਪ੍ਰਸ਼ਨ ਆ ਗਿਆ ਪਿਆਰੇ ਬੱਚੇ ਸਾਡੇ ਕੋਲੇ, ਦਾਦੀ ਜੀ ਦੇ ਅੰਤਮ ਸਮੇਂ ਦਾ ਵਰਣਨ ਆਪਣੇ ਸ਼ਬਦਾਂ ਵਿੱਚ ਕਰੋ। ਤਾਂ ਇਹਦਾ ਉੱਤਰ ਹੈ ਸਾਡੇ ਕੋਲੇ, ਦਾਦੀ ਜੀ ਅੰਤਮ ਸਮੇਂ ਅਖੀਰਲਾ ਮਹੀਨਾ ਮੰਜੇ ਤੇ ਪਏ ਰਹੇ, ਪਰ ਆਪਣੇ ਦਰਦ ਦਾ ਕਿਸੇ ਤੇ ਬੋਝ ਨਹੀਂ ਪਾਇਆ। ਜਦੋਂ ਕੋਈ ਪੁੱਛਦਾ ਤਾਂ ਹੱਸ ਕੇ ਚੰਗਾ ਹੀ ਆਖਦੇ। ਅਗਲਾ ਪ੍ਰਸ਼ਨ ਹੈ, ਮੇਰੇ ਦਾਦੀ ਜੀ ਇਨਸਾਨੀ ਦਿਲਾਂ ਦੀ ਬੈਂਕ ਸੀ, ਕਿਵੇਂ? ਤਾਂ ਇਹਦਾ ਉੱਤਰ ਹੈ ਪਿਆਰੇ ਬੱਚਿਓ, ਦਾਦੀ ਜੀ ਨੇ ਬਹੁਤ ਸਾਰੇ ਭੇਤ ਆਪਣੇ ਦਿਲ ਵਿੱਚ ਸਾਂਭੇ ਹੋਏ ਸਨ, ਇਸ ਕਰਕੇ ਉਹ ਇਨਸਾਨੀ ਦਿਲਾਂ ਦੀ ਬੈਂਕ ਸਨ। ਪਿਆਰੇ ਬੱਚਿਓ, ਤੁਹਾਡੀ ਪ੍ਰੀਖਿਆ ਦੇ ਵਿੱਚ ਪ੍ਰਸ਼ਨ ਉੱਤਰਾਂ ਦੇ ਨਾਲ ਇੱਕ ਹੋਰ ਵੀ ਬਹੁਤ ਮਹੱਤਵਪੂਰਨ ਪ੍ਰਸ਼ਨ ਆਉਣਾ। ਤੁਹਾਡੇ ਕੋਲ 2 ਪੈਰੇ ਆਉਣਗੇ ਪਾਠ ਪੁਸਤਕ ਦੇ ਵਿੱਚੋਂ। ਉਹਨਾਂ ਦੇ ਵਿੱਚ ਪੈਰਿਆਂ ਦੇ ਵਿੱਚੋਂ ਪ੍ਰਸ਼ਨ ਉੱਤਰ ਪੁੱਛੇ ਜਾਣਗੇ, ਨਾਲ ਹੀ ਉਹਨਾਂ ਦੇ ਵਿੱਚੋਂ ਹੀ ਵਿਆਕਰਨ ਨਾਲ ਸੰਬੰਧਿਤ ਪ੍ਰਸ਼ਨ ਵੀ ਪੁੱਛੇ ਜਾਣਗੇ। ਸੋ ਤੁਹਾਡੀ ਪ੍ਰੈਕਟਿਸ ਵਾਸਤੇ, ਤੁਹਾਡੇ ਅਭਿਆਸ ਵਾਸਤੇ ਇੱਕ ਪੈਰੇ ਦੇ ਪ੍ਰਸ਼ਨ ਉੱਤਰ ਆਪਾਂ ਇਸ ਪਾਠ ਦੇ ਵਿੱਚ ਕਰਾਂਗੇ। ਇੱਕ ਪੈਰਾ ਤੁਹਾਨੂੰ ਦਿੱਤਾ ਗਿਆ ਹੈ, ਉਸ ਦੇ ਪ੍ਰਸ਼ਨ ਉੱਤਰ ਦਿੱਤੇ ਹਨ। ਉੱਤਰ 4 ਹਨ, ਉਹਨਾਂ ਦੇ ਵਿੱਚੋਂ ਤੁਸੀਂ ਇੱਕ ਉੱਤਰ ਲੱਭਣਾ ਹੈ ਕਿ ਸਹੀ ਉੱਤਰ ਦੀ ਚੋਣ ਕਰਨੀ ਹੈ ਕਿ ਸਹੀ ਉੱਤਰ ਕਿਹੜਾ ਹੈ। ਆਓ ਆਪਾਂ ਕਰਦੇ ਹਾਂ ਇਸ ਪੈਰੇ ਦਾ ਅਭਿਆਸ। ਪਿਆਰੇ ਬੱਚਿਓ, ਆਓ ਸਭ ਤੋਂ ਪਹਿਲਾਂ ਅਸੀਂ ਇਸ ਪੈਰੇ ਨੂੰ ਬਹੁਤ ਧਿਆਨ ਨਾਲ ਪੜ੍ਹਦੇ ਹਾਂ।
ਇਹ ਪਹਿਰਾ ਸਾਡੇ ਪਾਠ ਮੇਰੇ ਦਾਦੀ ਜੀ ਵਿੱਚੋਂ ਹੀ ਲਿਆ ਗਿਆ ਹੈ। ਫਿਰ ਇਸ 'ਤੇ ਹੇਠਾਂ ਦਿੱਤੇ ਗਏ ਪ੍ਰਸ਼ਨ ਨੇ, ਉਹਨਾਂ ਦੇ ਉੱਤਰ ਅਸੀਂ ਇਸ ਪਹਿਰੇ ਦੇ ਵਿੱਚੋਂ ਹੀ ਲੱਭਣੇ ਨੇ। ਆਓ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਇਸ ਪਹਿਰੇ ਨੂੰ ਬਹੁਤ ਧਿਆਨ ਨਾਲ। ਇਹ ਇੰਨੇ ਗੀਤ ਗਾ ਸਕਦੇ ਹਨ, ਇੰਨੀਆਂ ਕਹਾਣੀਆਂ ਸੁਣਾ ਸਕਦੇ ਹਨ ਕਿ ਜਦੋਂ ਅਸੀਂ ਬੱਚੇ ਸਾਂ, ਕਿੰਨੀ ਕਿੰਨੀ ਰਾਤ ਜਿਵੇਂ ਕਿਸੇ ਜਾਦੂ ਨਾਲ ਮੂੰਹ ਅੱਖਾਂ ਖੋਲ੍ਹੀ ਹੁੰਗਾਰੇ ਦਿੰਦੇ ਤੇ ਅੱਗੋਂ ਕੀ ਹੋਇਆ ਪੁੱਛਦੇ ਰਹਿੰਦੇ ਸਾਂ। ਕਹਾਣੀਆਂ ਹਰ ਕਿਸਮ ਦੀਆਂ, ਪਰੀਆਂ ਦੀਆਂ, ਬਹਾਦਰਾਂ ਦੀਆਂ। ਸਭ ਤੋਂ ਸੋਹਣੀ ਉਸ ਮੋਹਣੀ ਸ਼ਹਿਜ਼ਾਦੀ ਦੀ ਕਹਾਣੀ ਜਿਹਦੇ ਮੂੰਹੋਂ ਫੁੱਲ ਕਿਰਦੇ ਸਨ। ਜਦੋਂ ਉਹ ਹੱਸਦੀ ਸੀ ਤੇ ਮੂੰਹ ਤੋਂ ਡਿੱਗਿਆ ਹਰ ਫੁੱਲ ਬੂਟਾ ਬਣ ਜਾਂਦਾ ਸੀ ਤੇ ਥੋੜ੍ਹੇ ਚਿਰ ਵਿੱਚ ਹੀ ਉਹਦਾ ਸਾਰਾ ਰਾਜ ਸੋਹਣੇ ਬਾਗਾਂ ਨਾਲ ਭਰਿਆ ਗਿਆ ਸੀ। ਤਾਂ ਪਿਆਰੇ ਬੱਚੋ, ਇਹ ਹੈ ਸਾਡੇ ਕੋਲੇ ਪਹਿਰਾ। ਤਾਂ ਹੇਠਾਂ ਅਸੀਂ ਲਿਖਿਆ, ਉਪਰੋਕਤ ਪਹਿਰੇ ਵਿੱਚੋਂ ਉੱਤਰਾਂ ਦੀ ਚੋਣ ਕਰੋ। ਸਾਡੇ ਕੋਲੇ ਪ੍ਰਸ਼ਨ ਦਿੱਤੇ ਹੋਏ ਹਨ। ਪ੍ਰਸ਼ਨਾਂ ਦੇ ਥੱਲੇ 4 ਉੱਤਰ ਦਿੱਤੇ ਹਨ। ਇਹਨਾਂ ਚਾਰਾਂ ਦੇ ਵਿੱਚੋਂ ਇੱਕ ਉੱਤਰ ਸਹੀ ਹੈ। ਉਹ ਅਸੀਂ ਲੱਭਣਾ ਹੈ ਪਹਿਰੇ ਦੇ ਵਿੱਚੋਂ ਕਿ ਇਹਦੇ ਵਿੱਚੋਂ ਕਿਹੜਾ ਉੱਤਰ ਸਹੀ ਹੈ। ਠੀਕ ਹੈ। ਤਾਂ ਆਓ ਸਭ ਤੋਂ ਪਹਿਲਾ ਪ੍ਰਸ਼ਨ ਕਰਦੇ ਹਾਂ, ਦਾਦੀ ਜੀ ਕੀ ਗਾ ਸਕਦੇ ਸਨ? ਪਹਿਲਾ ਉੱਤਰ ਹੈ ਕਵਿਤਾ, ਫਿਰ ਗੀਤ, ਦੋਹੇ, ਸਿੱਠਣੀਆਂ। ਦਾਦੀ ਜੀ ਕੀ ਗਾ ਸਕਦੇ ਸਨ? ਤਾਂ ਪਹਿਲੀ ਲਾਈਨ ਆ, ਇਹ ਇੰਨੇ ਗੀਤ ਗਾ ਸਕਦੇ ਹਨ। ਕੀ ਹੈ ਉੱਤਰ? ਗੀਤ। ਸ਼ਾਬਾਸ਼। ਤਾਂ ਸਾਡਾ ਉੱਤਰ ਕੀ ਹੈ? ਗੀਤ। ਸਭ ਤੋਂ ਸੋਹਣੀ ਕਹਾਣੀ ਕਿਸ ਦੀ ਹੁੰਦੀ ਸੀ? ਪਰੀਆਂ ਦੀ, ਬਹਾਦਰਾਂ ਦੀ, ਰਾਖਸ਼ਾਂ ਦੀ, ਮੋਹਣੀ ਸ਼ਹਿਜ਼ਾਦੀ ਦੀ। ਤਾਂ ਸਾਡੇ ਕੋਲ ਉੱਤਰ ਹੈ, ਸਭ ਤੋਂ ਸੋਹਣੀ ਉਸ ਮੋਹਣੀ ਸ਼ਹਿਜ਼ਾਦੀ ਦੀ ਕਹਾਣੀ ਜਿਹਦੇ ਮੂੰਹੋਂ ਫੁੱਲ ਕਿਰਦੇ ਸਨ। ਤਾਂ ਉੱਤਰ ਕੀ ਹੈ? ਕਿਹਦੀ ਹੈ? ਮੋਹਣੀ ਸ਼ਹਿਜ਼ਾਦੀ ਦੀ। ਅਗਲਾ ਹੈ, ਮੋਹਣੀ ਸ਼ਹਿਜ਼ਾਦੀ ਦੇ ਮੂੰਹੋਂ ਕੀ ਕਿਰਦੇ ਸਨ? ਫੁੱਲ, ਦੰਦ, ਕਲੀਆਂ, ਮੋਤੀ। ਜਿਹਦੇ ਮੂੰਹੋਂ ਫੁੱਲ ਕਿਰਦੇ ਸਨ। ਤਾਂ ਉੱਤਰ ਕੀ ਹੈ ਸਾਡੇ ਕੋਲੇ? ਫੁੱਲ। ਧਰਤੀ ਤੇ ਡਿੱਗਿਆ ਹਰ ਫੁੱਲ ਕੀ ਬਣ ਜਾਂਦਾ ਸੀ? ਮੂੰਹ ਤੇ ਡਿੱਗਿਆ ਹਰ ਫੁੱਲ ਬੂਟਾ ਬਣ ਜਾਂਦਾ ਸੀ। ਸ਼ਾਬਾਸ਼। ਕੀ ਉੱਤਰ ਹੈ ਇਹਦਾ ਫਿਰ? ਬੂਟਾ। ਬੱਚੇ ਰਾਤ ਨੂੰ ਦਾਦੀ ਕੋਲੋਂ ਕੀ ਸੁਣਦੇ ਸਨ? ਕਵਿਤਾਵਾਂ, ਗੀਤ, ਕਹਾਣੀ, ਬਾਤਾਂ। ਸ਼ਾਬਾਸ਼। ਦੱਸੋ ਕੀ ਸੁਣਦੇ ਸਨ? ਸ਼ਾਬਾਸ਼। ਕਹਾਣੀ। ਉੱਤਰ ਹੈ ਸਾਡੇ ਕੋਲੇ ਕਹਾਣੀ। ਅੱਗੇ ਸਾਡੇ ਕੋਲੇ ਨਾਮ ਸ਼ਬਦ ਦੀ ਚੋਣ ਕਰਨੀ ਹੈ। ਬੇਟਾ ਸਾਡੇ ਕੋਲੇ 4 ਸ਼ਬਦ ਦਿੱਤੇ ਨੇ, ਇਹਨਾਂ ਦੇ ਵਿੱਚੋਂ ਨਾਮ ਕਿਹੜਾ ਹੈ ਅਸੀਂ ਉਹ ਲੱਭਣਾ ਹੈ। ਇੰਨੀਆਂ, ਸੋਹਣੀ, ਭਰਿਆ ਤੇ ਮੋਹਣੀ ਸ਼ਹਿਜ਼ਾਦੀ। ਇਹਦੇ ਵਿੱਚੋਂ ਨਾਮ ਕਿਹੜਾ ਹੈ? ਮੋਹਣੀ ਸ਼ਹਿਜ਼ਾਦੀ। ਅੱਗੇ ਹੈ, ਉਹਦਾ ਸਾਰਾ ਰਾਜ ਸੋਹਣੇ ਖਾਲੀ ਥਾਂ ਨਾਲ ਭਰਿਆ ਗਿਆ ਸੀ। ਤਾਂ ਪਹਿਰੇ ਦੇ ਵਿੱਚੋਂ ਅਸੀਂ ਲੱਭਣਾ ਹੈ, ਉਹਦਾ ਸਾਰਾ ਰਾਜ ਸੋਹਣੇ ਖਾਲੀ ਥਾਂ ਨਾਲ ਭਰਿਆ ਗਿਆ ਸੀ। ਤਾਂ ਉਹਦਾ ਸਾਰਾ ਰਾਜ ਸੋਹਣੇ ਬਾਗਾਂ ਨਾਲ ਭਰਿਆ ਗਿਆ ਸੀ। ਤਾਂ ਸਹੀ ਉੱਤਰ ਕੀ ਹੈ? ਬਾਗਾਂ ਨਾਲ ਭਰਿਆ ਗਿਆ ਸੀ। ਤਾਂ ਪਿਆਰੇ ਬੱਚੋ, ਪ੍ਰੀਖਿਆ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਪਹਿਰਾ ਆਵੇਗਾ, ਉਸ ਪਹਿਰੇ ਦੇ ਤੁਸੀਂ ਵਿੱਚੋਂ ਉੱਤਰ ਲੱਭ ਕੇ ਲਿਖਣੀ ਆ। ਬਹੁਤ ਸੌਖਾ ਹੈ। ਸ਼ਾਬਾਸ਼। ਤਾਂ ਪਿਆਰੇ ਬੱਚੋ, ਆਓ ਹੁਣ ਅਸੀਂ ਕਰਦੇ ਹਾਂ ਔਖੇ ਸ਼ਬਦਾਂ ਦੇ ਅਰਥ। ਸਾਡੇ ਕੋਲੇ ਪਹਿਲਾ ਸ਼ਬਦ ਹੈ ਜ਼ਿਕਰ। ਜ਼ਿਕਰ ਤੋਂ ਭਾਵ ਜਿਵੇਂ। ਜਿਵੇਂ ਕਈ ਥਾਵਾਂ ਤੇ ਜ਼ਿਕਰ ਕਹਿੰਦੇ ਆ। ਸ਼ਬਦ ਉਹਦਾ ਅਰਥ ਹੈ ਜਿਵੇਂ। ਦੂਸਰਾ ਸ਼ਬਦ ਹੈ ਪੁਰਾਤਨ। ਪੁਰਾਤਨ ਤੋਂ ਭਾਵ ਹੈ ਪੁਰਾਣਾ। ਪੁਰਾਤਨ ਤੋਂ ਭਾਵ ਹੈ ਪੁਰਾਣਾ। ਅਗਲਾ ਸ਼ਬਦ ਹੈ ਸਾਡੇ ਕੋਲੇ ਤਬਦੀਲੀ। ਤਬਦੀਲੀ ਦਾ ਭਾਵ ਬਦਲੀ, ਕੋਈ ਬਦਲਾਅ। ਅਕੀਦਾ। ਅਕੀਦੇ ਸ਼ਬਦ ਦਾ ਅਰਥ ਹੈ ਧਾਰਮਿਕ ਵਿਸ਼ਵਾਸ। ਧਾਰਮਿਕ ਵਿਸ਼ਵਾਸ। ਉਸ ਤੋਂ ਅਗਲਾ ਸ਼ਬਦ ਹੈ ਸਾਡੇ ਕੋਲੇ ਨਿਰਾਦਰ। ਨਿਰਾਦਰ ਦਾ ਹੈ ਅਪਮਾਨ, ਬੇਇੱਜ਼ਤੀ। ਉਸ ਤੋਂ ਅਗਲਾ ਸ਼ਬਦ ਹੈ ਸਾਡੇ ਕੋਲੇ ਬਿਰਾਜਮਾਨ। ਬਿਰਾਜਮਾਨ ਬੈਠਾ, ਸੁਸ਼ੋਭਿਤ। ਅਗਲਾ ਸ਼ਬਦ ਹੈ ਮੁਤਬਰਕ।
ਮੁਤਬਰਕ ਦਾ ਅਰਥ ਹੈ ਬੇਟਾ ਸਾਡੇ ਕੋਲੇ ਪਾਕ ਪਵਿੱਤਰ। ਇਸ ਤੋਂ ਬਾਅਦ ਅਸੀਂ ਕੁਝ ਸਾਡੇ ਕੋਲੇ ਔਖੇ ਸ਼ਬਦਾਂ ਦੇ ਹੋਰ ਅਰਥ ਨੇ ਬੇਟਾ। ਸਾਡੇ ਕੋਲੇ ਪਹਿਲਾ ਸ਼ਬਦ ਹੈ ਆਲਾ। ਆਲਾ ਕੰਧ ਵਿੱਚ ਬਣਿਆ ਖੁੱਡਾ ਜਾਂ ਰਖਣਾ। ਬੱਚੋ ਪੁਰਾਣੇ ਸਮੇਂ ਦੇ ਵਿੱਚ ਨਾ ਕੰਧਾਂ ਦੇ ਵਿੱਚ ਕੁਝ ਖੁੱਡੇ ਰੱਖ ਦਿੱਤੇ ਜਾਂਦੇ ਸੀ, ਜਿਹਦੇ ਵਿੱਚ ਆਮ ਤੌਰ 'ਤੇ ਦੀਵਾ ਰੱਖਿਆ ਜਾਂਦਾ ਸੀ ਔਰ ਉਹ ਬੜੀ ਸੋਹਣੀ ਸ਼ੇਪ ਬਣਾਈ ਜਾਂਦੀ ਸੀ ਉਹਨਾਂ ਦੀ, ਉਹਨੂੰ ਅਸੀਂ ਆਲਾ ਕਹਿੰਦੇ ਸੀ। ਸਪੈਸ਼ਲ ਬਣਾਇਆ ਜਾਂਦਾ ਸੀ ਕੰਧਾਂ ਦੇ ਵਿੱਚ। ਅੱਗੇ ਹੈ ਸਾਡੇ ਕੋਲੇ ਅਗਲਾ ਸ਼ਬਦ ਜਲ ਪ੍ਰਵਾਹ। ਜਲ ਪ੍ਰਵਾਹ ਤੋਂ ਭਾਵ ਹੈ ਪਾਣੀ ਵਿੱਚ ਤਾਰ ਦੇਣਾ। ਕਿਸੇ ਚੀਜ਼ ਨੂੰ ਅਸੀਂ ਜਦੋਂ ਪਾਣੀ ਵਿੱਚ ਤਾਰ ਦਿੰਦੇ ਹਾਂ ਨਾ ਤਾਂ ਅਸੀਂ ਕਹਿੰਦੇ ਵੀ ਜਲ ਪ੍ਰਵਾਹ ਕਰਤਾ। ਉਸ ਤੋਂ ਅਗਲਾ ਸ਼ਬਦ ਹੈ ਸਾਡੇ ਕੋਲੇ ਆਵਾਜ਼। ਆਵਾਜ਼, ਆਵਾਜ਼ ਦਾ ਅਸਲ ਅਰਥ ਕੀ ਹੈ? ਆਵਾਜ਼। ਉਸ ਤੋਂ ਨੈਕਸਟ ਹੈ ਸਾਡੇ ਕੋਲੇ ਬੋਲੀ, ਨਿਰਬਲ। ਨਿਰਬਲ ਤੋਂ ਭਾਵ ਹੈ ਕਮਜ਼ੋਰ। ਉਸ ਤੋਂ ਬਾਅਦ ਹੈ ਘਸਮੈਲਾ, ਮਟਿਆਲਾ, ਮਿੱਟੀ ਰੰਗਾ ਯਾਨੀ ਕਿ ਮਿੱਟੀ ਵਰਗਾ, ਗੰਦਾ ਤੇ ਮੈਲਾ। ਉਸ ਤੋਂ ਅਗਲਾ ਹੈ ਸਾਡੇ ਕੋਲੇ ਫੂੜੀ। ਫੂੜੀ ਤੋਂ ਭਾਵ ਹੈ ਮਰਨ ਉਪਰੰਤ ਵਿਛਾਈ ਹੋਈ ਦਰੀ, ਜਿੱਥੇ ਆ ਕੇ ਬੈਠ ਕੇ ਲੋਕ ਅਫਸੋਸ ਕਰਦੇ ਹਨ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਫੂੜੀ। ਪਿਆਰੇ ਬੱਚਿਓ, ਹੁਣ ਸਾਡੇ ਕੋਲੇ ਕੁਝ ਤੁਹਾਡੇ ਸਾਹਮਣੇ ਸਕਰੀਨ 'ਤੇ ਸ਼ਬਦ ਦਿੱਤੇ ਹੋਏ ਹਨ। ਉਹਨਾਂ ਸ਼ਬਦਾਂ ਦਾ ਅਸੀਂ ਸਹੀ ਮਿਲਾਨ ਕਰਨਾ ਹੈ। ਠੀਕ ਹੈ, ਸੱਜੇ ਤੇ ਖੱਬੇ ਸ਼ਬਦ ਦਿੱਤੇ ਹੋਏ ਨੇ, ਉਹਨਾਂ ਨੂੰ ਆਪਸ ਵਿੱਚ ਮਿਲਾਨ ਕਰਨਾ ਹੈ। ਪਹਿਲਾ ਸ਼ਬਦ ਹੈ ਸਾਡੇ ਕੋਲੇ ਬਾਗ। ਬਾਗ ਦੇ ਵਿੱਚ ਕੀ ਹੁੰਦੇ ਹਨ? ਹਾਂਜੀ, ਬਾਗ ਦੇ ਵਿੱਚ ਹੁੰਦੇ ਹਨ ਬੂਟੇ। ਬੱਦਲ, ਬੱਦਲਾਂ 'ਚੋਂ ਕੀ ਪੈਂਦਾ ਹੈ? ਹਾਂ, ਮੀਂਹ। ਅੱਗੇ ਪੂਰਨ ਚੰਨ। ਪੂਰਨ ਚੰਨ ਕਿਹੜੇ ਦਿਨ ਹੁੰਦਾ ਹੈ? ਪੂਰਨਮਾਸ਼ੀ ਵਾਲੇ ਦਿਨ। ਕਿਹੜੇ ਦਿਨ? ਪੂਰਨਮਾਸ਼ੀ ਵਾਲੇ ਦਿਨ। ਤੇ ਵਾਕ ਕਿੱਥੋਂ ਲੈਂਦੇ ਹਾਂ ਅਸੀਂ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਵਾਕ ਕਿੱਥੋਂ ਲੈਂਦੇ ਹਾਂ ਅਸੀਂ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਕਹਾਣੀਆਂ ਕਦੋਂ ਸੁਣਾਈਆਂ ਜਾਂਦੀਆਂ? ਰਾਤ ਨੂੰ। ਤਾਂ ਕਹਾਣੀਆਂ ਦੇ ਨਾਲ ਰਾਤ ਸ਼ਬਦ। ਕਿਸਾਨ ਕੀ ਬੀਜਦਾ ਹੈ? ਫਸਲਾਂ। ਠੀਕ ਹੈ ਜੀ, ਇਹ ਸੀ ਸਾਡੇ ਕੋਲੇ ਮਿਲਾਨ ਕਰੋ। ਪਿਆਰੇ ਬੱਚਿਓ, ਆਓ ਹੁਣ ਅਸੀਂ ਦਿੱਤੇ ਹੋਏ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਦੇ ਹਾਂ। ਨਾਲ ਹੀ ਅਸੀਂ ਉਹਨਾਂ ਦੇ ਅਰਥ ਵੀ ਦੱਸਾਂਗੇ। ਪਹਿਲਾ ਸ਼ਬਦ ਹੈ ਸਾਡੇ ਕੋਲੇ ਸਿਧਾਂਤ। ਸਿਧਾਂਤ ਦਾ ਅਰਥ ਹੁੰਦਾ ਹੈ ਨਿਯਮ। ਤਾਂ ਆਓ ਅਸੀਂ ਹੁਣ ਇਸ ਦਾ ਵਾਕ ਬਣਾਉਣੇ ਆ। ਜੋ ਸ਼ਬਦ ਸਾਨੂੰ ਦਿੱਤਾ ਹੋਇਆ ਹੈ ਅਸੀਂ ਉਸ ਸ਼ਬਦ ਨੂੰ ਵਾਕ ਦੇ ਵਿੱਚ ਲੈ ਕੇ ਆਉਣਾ ਹੈ ਬੇਟਾ। ਕਈ ਵਾਰ ਬੱਚੇ ਗਲਤੀ ਕਰ ਜਾਂਦੇ ਨੇ ਕਿ ਉਹਦੇ ਅਰਥ ਨੂੰ ਵਾਕਾਂ ਦੇ ਵਿੱਚ ਵਰਤ ਦਿੰਦੇ ਨੇ। ਤਾਂ ਸਾਡੇ ਕੋਲ ਸ਼ਬਦ ਹੈ ਸਿਧਾਂਤ, ਇਹਦਾ ਅਰਥ ਹੈ ਨਿਯਮ। ਤਾਂ ਅਸੀਂ ਸਿਧਾਂਤ ਸ਼ਬਦ ਨੂੰ ਹੀ ਵਾਕਾਂ ਵਿੱਚ ਵਰਤਾਂਗੇ। ਤਾਂ ਆਓ ਅਸੀਂ ਇਸ ਦਾ ਵਾਕ ਬਣਾਉਣੇ ਆ। ਤਾਂ ਸਿਧਾਂਤ ਸ਼ਬਦ ਦਾ ਵਾਕ ਬਣਾਉਣੇ ਆ। ਸਾਨੂੰ ਵਿਗਿਆਨਿਕ ਸਿਧਾਂਤ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਦੂਸਰਾ ਹੈ ਸਾਡੇ ਕੋਲੇ ਫਕੀਰ, ਜਿਸ ਦਾ ਅਰਥ ਹੁੰਦਾ ਹੈ ਸਾਧੂ। ਫਕੀਰ, ਸਾਧੂ। ਤਾਂ ਆਓ ਇਸ ਦਾ ਅਸੀਂ ਵਾਕ ਬਣਾਈਏ। ਤਾਂ ਇਸ ਦਾ ਵਾਕ ਹੈ ਬੇਟਾ ਸਾਡੇ ਕੋਲੇ ਫਕੀਰ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਫਕੀਰ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਅਗਲਾ ਹੈ ਭਰਪੂਰ। ਭਰਪੂਰ ਦਾ ਅਰਥ ਹੈ ਭਰਿਆ ਹੋਇਆ। ਭਰਪੂਰ, ਭਰਿਆ ਹੋਇਆ। ਆਓ ਇਸ ਦਾ ਅਸੀਂ ਵਾਕ ਬਣਾਈਏ। ਇਸ ਦਾ ਵਾਕ ਹੈ ਛੱਲੀ ਦਾਣਿਆਂ ਨਾਲ ਭਰਪੂਰ ਹੈ। ਛੱਲੀ ਦਾਣਿਆਂ ਨਾਲ ਭਰਪੂਰ ਹੈ। ਸ਼ਹਿਜ਼ਾਦੀ। ਸ਼ਹਿਜ਼ਾਦੀ ਦਾ ਅਰਥ ਹੈ ਰਾਜਕੁਮਾਰੀ। ਤਾਂ ਸਾਡੇ ਕੋਲੇ ਵਾਕ ਬਣਦਾ ਹੈ ਇਸ ਦਾ ਸ਼ਹਿਜ਼ਾਦੀ ਦੇ ਮੂੰਹੋਂ ਫੁੱਲ ਘਿਰਦੇ ਸਨ, ਜਾਂ ਸਭ ਤੋਂ ਸੋਹਣੀ ਕਹਾਣੀ ਮੋਹਣੀ ਸ਼ਹਿਜ਼ਾਦੀ ਦੀ ਸੀ। ਅਸੀਂ ਕੋਸ਼ਿਸ਼ ਕਰਨਾ ਹੈ ਕਿ ਪਾਠ ਦੇ ਵਿੱਚੋਂ ਹੀ ਵਾਕ ਬਣਾਉਣੇ ਨੇ। ਪੰਜਵਾਂ ਸ਼ਬਦ ਹੈ ਸਾਡੇ ਕੋਲੇ ਕੁਦਰਤ। ਕੁਦਰਤ ਦਾ ਅਰਥ ਹੈ ਪ੍ਰਕਿਰਤੀ। ਤਾਂ ਇਹਦਾ ਅਸੀਂ ਵਾਕ ਬਣਾਈਏ ਕੁਦਰਤ ਨਾਲ ਪਿਆਰ ਕਰੋ। ਕੁਦਰਤ ਨਾਲ ਪਿਆਰ ਕਰੋ। ਛੇਵਾਂ ਸ਼ਬਦ ਹੈ ਸਾਡੇ ਕੋਲੇ ਚੋਣਵੇਂ, ਚੁਣਿੰਦਾ। ਚੋਣਵੇਂ ਦਾ ਅਰਥ ਹੈ ਚੁਣਿੰਦਾ, ਚੁਣੇ ਹੋਏ। ਤਾਂ ਇਹਦਾ ਵਾਕ ਬਣਾਉਣੇ ਆ ਚੋਣਵੇਂ ਲੋਕ ਹੀ ਮਿਹਨਤ ਕਰਨਾ ਪਸੰਦ ਕਰਦੇ ਹਨ।
94 ਲੋਕ ਹੀ ਮਿਹਨਤ ਕਰਨਾ ਪਸੰਦ ਕਰਦੇ ਹਨ। ਕੰਜਕਾਂ, ਕੰਜਕ ਕਹਿੰਦੇ ਬੇਟੇ ਕੁਆਰੀ ਲੜਕੀ ਨੂੰ। ਠੀਕ ਹੈ, ਤਾਂ ਇਹਦਾ ਅਸੀਂ ਵਾਕ ਬਣਾਉਣੇ ਆ ਕੰਜਕਾਂ ਦਾ। ਦਾਦੀ ਜੀ ਕੰਜਕਾਂ ਨੂੰ ਭੋਜਨ ਕਰਵਾਉਂਦੇ ਸਨ। ਦਾਦੀ ਜੀ ਕੰਜਕਾਂ ਨੂੰ ਭੋਜਨ ਕਰਵਾਉਂਦੇ ਸਨ। ਅਗਲਾ ਸ਼ਬਦ ਹੈ ਸਾਡੇ ਕੋਲੇ ਪ੍ਰਾਰਥਨਾ। ਪ੍ਰਾਰਥਨਾ ਤੋਂ ਭਾਵ ਹੈ ਅਰਦਾਸ। ਪ੍ਰਾਰਥਨਾ ਅਰਦਾਸ। ਤਾਂ ਇਹਦਾ ਹੈ ਦਾਦੀ ਜੀ ਰੋਜ਼ਾਨਾ ਪ੍ਰਾਰਥਨਾ ਕਰਦੇ ਸਨ, ਜਾਂ ਅਸੀਂ ਸਵੇਰ ਦੀ ਸਭਾ ਵਿੱਚ ਪ੍ਰਾਰਥਨਾ ਕਰਦੇ ਹਾਂ। 9ਵਾਂ ਹੈ ਸਾਡੇ ਕੋਲੇ ਸ਼ਬਦ ਇਨਸਾਨੀ। ਇਨਸਾਨੀ ਤੋਂ ਭਾਵ ਮਾਨਵਤਾ। ਤਾਂ ਇਹਦਾ ਵਾਕ ਹੈ ਦਾਦੀ ਜੀ ਇਨਸਾਨੀ ਦਿਲਾਂ ਦੀ ਬੈਂਕ ਸਨ। ਤਾਂ ਦੇਖਿਆ ਬੇਟਾ ਧਿਆਨ ਨਾਲ ਕਿ ਅਸੀਂ ਜੋ ਸ਼ਬਦ ਸਾਨੂੰ ਦਿੱਤਾ ਹੋਇਆ ਹੈ ਅਸੀਂ ਉਸੇ ਨੂੰ ਹੀ ਵਾਕ ਦੇ ਵਿੱਚ ਵਰਤਿਆ ਹੈ। ਵਾਕ ਤੁਸੀਂ ਆਪਣੇ ਕੋਲੋਂ ਵੀ ਬਣਾ ਸਕਦੇ ਹੋ, ਜ਼ਰੂਰੀ ਨਹੀਂ ਜਿਹੜੇ ਵਾਕ ਮੈਂ ਬਣਾਏ ਆ ਤੁਸੀਂ ਇਹੀ ਬਣਾਉਣੇ ਨੇ। ਵਾਕਾਂ ਨੂੰ ਤੁਸੀਂ ਆਪਣੇ ਕੋਲੋਂ ਵੀ ਬਣਾ ਸਕਦੇ ਹੋ। ਤਾਂ ਇਹ ਸੀ ਸਾਡੇ ਕੋਲੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦਾ ਲਿਖਿਆ ਹੋਇਆ ਪਾਠ ਮੇਰੇ ਦਾਦੀ ਜੀ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪਾਠ ਬਹੁਤ ਪਸੰਦ ਆਇਆ ਹੋਵੇਗਾ। ਪਿਆਰੇ ਬੱਚਿਓ, ਇਸ ਦੇ ਅਭਿਆਸ ਦੇ ਪ੍ਰਸ਼ਨ ਅਤੇ ਹੋਰ ਜੋ ਪ੍ਰਸ਼ਨ ਮੈਂ ਤੁਹਾਨੂੰ ਕਰਵਾਏ ਹਨ ਉਹਨਾਂ ਨੂੰ ਤੁਸੀਂ ਆਪਣੀਆਂ ਕਾਪੀਆਂ ਦੇ ਵਿੱਚ ਲਿਖਣਾ ਹੈ, ਨੋਟ ਕਰਨਾ ਹੈ, ਪਾਠ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪਾਠ ਬਹੁਤ ਚੰਗਾ ਲੱਗਾ ਹੋਵੇਗਾ, ਤੁਹਾਡੇ ਲਈ ਬਹੁਤ ਲਾਹੇਵੰਦ ਹੋਵੇਗਾ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ।